कुर्बानी दे के आयो धरती से हड रगड़ा के आयो देश नहीं। मोर्चा वापस नहीं गया, होर लोगों ने वो नहीं हाले सस्पेंड किया है। पर उदों वड्डी गल एक सामने आ गई, मेरे ख्याल में 40 साल बाद माहौल बने। मैं उत्थे अपने साथियों को कहा करता सी, असं जो आपो जी गल करते सी, ਅਸੀਂ ਕਹਿੰਦੇ ਸੀ ਪੰਜਾਬ दो तरह की मंग सातों करता है। एक तो ये आस करता सी मोर्चा जित के जाओगे, दूजी वो ये आस करता है भी इत्थे आके सियासी गंद कड्ढणगे। सियासत विच गंद है, अज व्यापार है सियासत। कोई किसी लिए राजनीति नहीं कर रहा, ना लोगों लिए, ना इतने बसते नौजवानों लिए, ना रोज लाठियां खाते मास्टरों लिए, ना लाठियां खाते आंगनवाड़ी वर्करों लिए, ना लाठियां खादियां नर्सां लिए, ना साडियां बच्चियां लिए, ना बच्चों लिए। कोई राजनीति नहीं कर रहा। वो पूरी तरह फेल हो गए लोग, तो साडे बच्चों को सड़कों पर डांगा खानियां पैंदियां। कोरोना महामारी ਦੇ ਦੌਰਾਨ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਚੱਲ ਰਹੇ ਉਸਾਰੀ ਕਿਰਤੀਆਂ ਨੂੰ ਕੰਮ ਨਾ ਮਿਲਣ ਕਾਰਨ ਉਹਨਾਂ ਦਾ ਵਿੱਤੀ ਨੁਕਸਾਨ ਹੋਇਆ ਸੀ ਅਤੇ ਅਜਿਹੇ ਲੋਕ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ। ਅਜਿਹੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਨਿਰਮਾਣ ਅਤੇ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਿਰਤੀਆਂ ਲਈ ਸ਼ਗਨ ਰਾਸ਼ੀ ਦੇ ਤੌਰ ਤੇ 3100 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਪੰਜਾਬ ਸਰਕਾਰ ਕੋਲ 3,17,000 ਕੰਸਟਰਕਸ਼ਨ ਵਰਕਰ ਲੇਬਰ ਹੈ ਜਿਹੜੇ ਉਹ ਰਜਿਸਟਰਡ ਹੈ ਪਰਿਵਾਰ। ਉਹਨਾਂ ਨੂੰ ਦੀਵਾਲੀ ਦੇ ਸ਼ੁਭ ਮੌਕੇ ਤੇ ਵਧਾਈ ਦਿੰਦੇ ਹੋਏ 3100 ਰੁਪਏ ਦੀਵਾਲੀ ਦਾ ਸ਼ਗਨ ਭੇਜ ਰਹੇ ਆ ਉਹਨਾਂ ਸਾਰੇ ਪਰਿਵਾਰਾਂ ਨੂੰ। ਇਸ ਦੇ ਨਾਲ ਹੀ ਹਰੇਕ ਉਸਾਰੀ ਕਿਰਤੀ ਨੂੰ ਅੰਤਰਿਮ ਵਿੱਤੀ ਰਾਹਤ ਦੀ ਇੱਕ ਹੋਰ ਕਿਸ਼ਤ ਦਿੱਤੀ ਜਾਵੇਗੀ। ਜੋ ਚੰਨੀ ਸਰਕਾਰ ਨੇ ਮਜ਼ਦੂਰਾਂ ਨੂੰ ਗਰੀਬਾਂ ਨੂੰ 3100 ਰੁਪਇਆ ਦਿੱਤਾ ਹੈ, ਇਹਦੇ ਨਾਲ ਹੀ ਸਹਾਰਾ ਲੱਗ ਜੂਗਾ ਜੀ। ਕੋਈ ਆਪਦਾ ਦਾਲ ਪਾਣੀ, ਕੋਈ ਬੱਚਿਆਂ ਦਾ ਖਰਚਾ, ਇਹੋ ਜਿਹੀਆਂ ਸਹੂਲਤਾਂ ਲੈ ਸਕਣਗੇ ਇਹ ਜੀ। ਮੈਂ ਚੰਨੀ ਸਰਕਾਰ ਦਾ ਧੰਨਵਾਦ ਕਰਦਾ। ਸੂਬਾ ਭਰ 'ਚ ਲਗਭਗ 3.17 ਲੱਖ ਉਸਾਰੀ ਕਿਰਤੀ ਰਜਿਸਟਰਡ ਹਨ ਅਤੇ ਇਸ ਸੰਬੰਧੀ 90 ਤੋਂ 100 ਕਰੋੜ ਰੁਪਏ ਦੀ ਰਾਸ਼ੀ ਵੰਡੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਰਕਮ ਨਾਲ ਇਹਨਾਂ ਦੇ ਪਰਿਵਾਰ ਵਿੱਚ ਰੌਸ਼ਨੀ ਆਵੇਗੀ। ਸਰਕਾਰ ਦੀ ਮੁੱਢਲੀ ਡਿਊਟੀ ਹੁੰਦੀ ਹੈ ਹਰ ਮਨੁੱਖ ਰਿਸ਼ਟ ਪੁਸ਼ਟ ਹੋਵੇ। ਮੈਂ ਜਿਵੇਂ ਪਹਿਲਾਂ ਕਿਹਾ, ਪੜ੍ਹਿਆ ਲਿਖਿਆ ਗਿਆਨਵਾਨ ਹੋਵੇ। ਜਦੋਂ ਕੰਮ ਕਰਨ ਦਾ ਸਮਾਂ ਆਵੇ, ਉਹਦੀ ਉਮਰ ਰੁਜ਼ਗਾਰ ਚਲਾਉਣ ਦੀ ਹੋਵੇ, ਉਹ ਇੰਨਾ ਸੂਝਵਾਨ ਹੋਵੇ, ਉਹਨੂੰ ਕੋਈ ਨਾ ਕੋਈ ਕੰਮ ਦੀ ਆਪਸ਼ਨ ਮਿਲੇ, ਰਸਤਾ ਦਿਸੇ। ਮੈਂ ਆਪਣੀ ਜ਼ਿੰਦਗੀ ਦੀ ਰੋਟੀ ਫਲਾਣੇ ਕੰਮ ਚੋਂ ਕਮਾ ਸਕਦਾ, ਕਰ ਸਕਦਾ। ਜੇ ਐਜੂਕੇਸ਼ਨ ਕੋਲ ਗਿਆਨ ਪੱਲੇ ਨਹੀਂ, ਸਿਹਤ ਸੇਵਾਵਾਂ ਨਸ਼ਿਆਂ ਨਾਲ ਸਿਹਤ ਵਿਗਾੜ ਦਿੱਤੀ, ਤੇ ਫਿਰ ਕੀ ਹੋਏਗਾ? ਚੋਰੀਆਂ ਚਕਾਰੀਆਂ, ਡਾਕੇ, ਅਸ਼ਾਂਤੀ, ਇਹ ਨਹੀਂ ਹੋਏਗਾ। ਤੇ ਕੌਣ ਜ਼ਿੰਮੇਵਾਰ ਇਹਦੇ ਲਈ ਜੋ ਅੱਜ ਪੰਜਾਬ 'ਚ ਹੋਇਆ? ਜਿਹੜੇ ਲੋਕਾਂ ਨੇ ਪਿਛਲੇ 17 ਸਾਲਾਂ ਜਿੱਥੇ ਰਾਜ ਭਾਗ ਕੀਤਾ, ਉਹ ਸਾਰੇ ਦੇ ਸਾਰੇ ਜ਼ਿੰਮੇਵਾਰ ਨੇ। ਚਾਹੇ ਕਾਂਗਰਸੀ ਹੋਵੇ, ਚਾਹੇ ਅਕਾਲੀ ਦਲ ਦਾ ਹੋਵੇ, ਚਾਹੇ ਭਾਜਪਾ ਦਾ ਹੋਵੇ। ਜੋ ਸਤਿਆਨਾਸ਼ ਪੰਜਾਬ ਦਾ ਹੋਇਆ, ਉਹਦੇ ਲਈ ਜ਼ਿੰਮੇਵਾਰ ਇਹ ਲੋਕ ਨੇ। ਪਰ ਅੱਜ ਕਿਉਂਕਿ ਰਾਜਨੀਤੀ ਵਪਾਰ ਬਣ ਗਈ, ਕਰੋੜਾਂ ਰੁਪਈਆ ਚੋਣਾਂ ਲੜਨ ਲਈ ਖਰਚਣ ਦੀ ਤਿਆਰੀ ਹੈ। ਮੈਂ ਇੱਕ ਗੱਲ ਕਹਾਂ, ਮਿਊਨਿਸਪਲ ਚੋਣਾਂ ਹੋਈਆਂ, ਉੱਥੇ ਆਮ ਆਦਮੀ ਪਾਰਟੀ ਦੇ ਬੰਦੇ ਵੱਧ ਜਿੱਤ ਕੇ ਫੁੱਲੇ ਫਿਰਦੇ। ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਜਿੱਤ ਗਏ, ਉਹਨਾਂ ਨੂੰ ਇਹ ਨਹੀਂ ਪਤਾ ਚੰਡੀਗੜ੍ਹ ਦੇ ਵਿੱਚ ਵਸਦੇ ਲੋਕਾਂ ਦੇ ਉੱਤੇ, ਇਸ ਦੇਸ਼ ਦੇ ਲੋਕਾਂ ਦੇ ਉੱਤੇ ਇਸ ਅੰਦੋਲਨ ਦਾ ਅਸਰ ਸੀ ਜਿਹਦੇ ਕਰਕੇ ਉਹ ਜਿੱਤੇ ਨੇ। ਉਹ ਆਮ ਆਦਮੀ ਪਾਰਟੀ ਨੇ ਕੋਈ ਗਦਾੜਾ ਹਾਲੇ ਫੇਰਿਆ ਨਹੀਂ, ਲੋਕਾਂ ਨੇ ਦੇਖਿਆ ਨਹੀਂ ਕੀ ਕਰਦੇ, ਕੀ ਕਰਨਗੇ। ਲੋਕਾਂ ਦੇ ਵਿੱਚ ਵਿਦਰੋਹ ਹੈ ਰਵਾਇਤੀ ਸਿਆਸਤਦਾਨਾਂ ਦੇ ਵਿਰੁੱਧ। ਰਵਾਇਤੀ ਸਿਆਸਤਦਾਨ ਜਿਹੜੇ ਨਸ਼ਾ ਵੇਚਣ ਵਾਲਿਆਂ ਦੇ ਸਰਪ੍ਰਸਤ ਹੋ ਕੇ ਵਿਚਰਦੇ ਨੇ,
ਰਿਆਇਤੀ ਸਿਆਸਤਦਾਨ ਜਿਹੜੇ 15 ਦਿਨ ਲੋਕਾਂ ਦੇ ਅੱਗੇ ਹੱਥ ਬੰਨ੍ਹਦੇ ਨੇ, ਫਿਰ 5 ਸਾਲ ਹੱਥ ਬਣਾਉਂਦੇ ਨੇ, ਉਹਨਾਂ ਦੇ ਵਿਰੁੱਧ ਲੋਕਾਂ ਦੇ ਮਨ ਵਿੱਚ ਇੱਕ ਗੁੱਸਾ ਹੈ। ਇਸ ਗੁੱਸੇ ਵਿੱਚੋਂ ਉਪਜਿਆ ਖਿਆਲ ਹੈ ਲੋਕਾਂ ਦਾ ਕਿ ਇਹ ਜਿਹੜੇ ਮੋਰਚੇ ਤੋਂ ਆਏ ਲੋਕ ਨੇ ਇਹ ਗੰਦ ਕੱਢਣਗੇ। ਉਹਨਾਂ ਦੇ ਮਨ ਦੀ ਇੱਛਾ ਤੀਬਰ ਇੱਛਾ ਮੈਂ ਸਮਝਦਾ। ਮੇਰੇ ਵਰਗਾ ਬੰਦਾ ਜਿਹੜਾ 80 ਨੂੰ ਢੁੱਕਿਆ, ਮੇਰੀ ਉਮਰ ਹੁਣ ਆਰਾਮ ਕਰਨ ਦੀ ਹੈ, ਮੇਰੀ ਉਮਰ ਇਹੋ ਜਿਹੇ ਕੰਮਾਂ ਦੀ ਨਹੀਂ, ਪਰ ਕਿਉਂਕਿ ਤੁਹਾਡਾ ਸਾਰਿਆਂ ਦਾ ਮਾਣ ਹੈ, ਮੈਨੂੰ ਆ ਸਾਰਿਆਂ ਨੇ ਹੁਕਮ ਕਰ ਦਿੱਤਾ, ਮੈਂ ਇਹਨਾਂ ਦਾ ਹੁਕਮ ਮੰਨ ਲਿਆ। ਹਾਰਟ ਪੇਸ਼ੈਂਟ ਸਵੇਰੇ ਪੱਕਾ ਗੋਲੀਆਂ ਦਾ ਖਾ ਕੇ ਘਰੋਂ ਤੁਰਦਾ, ਸ਼ਾਮ ਨੂੰ ਫੇਰ ਪੱਕਾ ਮਾਰ ਕੇ ਗੋਲੀਆਂ ਖਾਣੀਆਂ ਪੈਂਦੀਆਂ ਤਾਂ ਨੀਂਦ ਆਉਂਦੀ ਹੈ, ਪਰ ਨੀਂਦ ਫੇਰ ਡਿਸਟਰਬ ਹੋ ਜਾਂਦੀ। ਜਦੋਂ ਮੈਨੂੰ ਯਾਦ ਆਉਂਦਾ ਹੈ ਸੋਹਣਾ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਜਿਉ ਸਈਓ, ਸੋਹਣਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਈਓ ਹੈ, ਨਹੀਂ ਰਿਹਾ ਮੇਰਾ ਪੰਜਾਬ। ਮੇਰਾ ਪੰਜਾਬ ਗਰੀਬ ਹੋ ਗਿਆ, ਮੇਰਾ ਪੰਜਾਬ ਨਿਰਾਸ਼ ਹੋ ਗਿਆ, ਮੇਰਾ ਪੰਜਾਬ ਅੱਜ ਦੇ ਰਾਜਨੇਤਾਵਾਂ ਤੋਂ ਦੁਖੀ ਹੋ ਗਿਆ। ਇਹੋ ਜਿਹੀ ਸਥਿਤੀ ਵਿੱਚ ਉਹ ਤਿਆਰੀ ਕਰ ਰਹੇ ਨੇ ਕਿ ਤੁਹਾਨੂੰ ਸ਼ਰਾਬਾਂ ਦੇ ਕੇ, ਤੁਹਾਨੂੰ ਪੈਸੇ ਦੇ ਕੇ, ਕੋਈ ਲਾਲਚ ਦੇ ਕੇ, ਕੋਈ ਪਾਰਟੀਬਾਜ਼ੀ ਦਾ ਪੰਗਾ ਖੜਾ ਕਰਕੇ, ਹਿੰਦੂ ਸਿੱਖ ਦਾ ਸਵਾਲ ਖੜਾ ਕਰਕੇ, ਹਿੰਦੂ ਮੁਸਲਿਮ ਦਾ ਸਵਾਲ ਖੜਾ ਕਰਕੇ ਇੱਕ ਵਾਰੀ ਗੱਦੀ ਤੇ ਬੈਠ ਜਾਈਏ ਤੇ ਮੁੜ ਕੇ 5 ਸਾਲ ਡੰਡੇ ਨਾਲ ਇਹਨਾਂ ਨੂੰ ਫੇਰ ਕੁੱਟੀਏ। ਅੱਜ ਉਹਨਾਂ ਨੂੰ ਇਹ ਗੱਲ ਇਸ ਗੱਲ ਦਾ ਖਿਆਲ ਨਹੀਂ, ਜੇ ਤੁਸੀਂ ਰਾਜ ਪਾਕ ਸੰਭਾਲ ਵੀ ਲਿਆ 2 ਸਾਲ ਬਾਅਦ ਜਿਹੜਾ ਮਰਜ਼ੀ ਰਾਜ ਸੰਭਾਲੇ, ਜੇ ਉਹਨੇ ਕੁਝ ਨਾ ਕੀਤਾ ਇਹ ਪੰਜਾਬ 'ਚ ਬਗਾਵਤ ਹੋ ਜਾਣੀ ਹੈ। ਜਿਹੜੀ ਮੈਂ ਪਹਿਲਾਂ ਕਿਹਾ, ਇਹ ਨਸ਼ਿਆਂ ਨਾਲ ਮਰ ਜਾਣਗੇ, ਇਹ ਸਾਡੇ ਬੱਚੇ ਸਾਥੋਂ ਬਾਗੀ ਹੋ ਜਾਣਗੇ। ਕਿਉਂ ਨਹੀਂ ਚਿੰਤਤ ਹੁੰਦੇ? ਟ੍ਰੈਡੀਸ਼ਨਲ ਪੋਲੀਟੀਸ਼ੀਅਨ ਬਾਪ ਦਾਦਾ ਗਾਹਾਂ ਉਹਨਾਂ ਦੀ ਪੀੜ੍ਹੀ ਦੇ ਵਿੱਚ ਰਾਜਨੀਤੀ ਰਹੂ, ਜੇ ਕੋਈ ਹੋਰ ਨਾ ਲਓ ਤਾਂ ਫਿਰ ਉਹਦੇ ਤੋਂ ਉੱਚਾ ਲੱਗਣਗੀਆਂ। ਤਰ੍ਹਾਂ ਤਰ੍ਹਾਂ ਦੇ ਪੂਲ ਜ਼ਰੂਰ ਪ੍ਰਚਾਰ ਕਰਕੇ ਜਿਹੜੇ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਉਹਨਾਂ ਨੂੰ ਬਦਨਾਮ ਕਰੋ। ਕਈਆਂ ਨੂੰ ਕਈ ਪਾਰਟੀਆਂ ਦਾ ਇਸ਼ਾਰਾ ਹੁੰਦਾ ਹੈ, ਉਹ ਚਿੱਕੜ ਸੁੱਟੀ ਜਾਂਦੇ ਨੇ। ਗੱਲ ਵਿੱਚ ਕੁਝ ਤੰਤ ਨਹੀਂ ਹੁੰਦਾ, ਪਰ ਉਹ ਇਸ ਲਈ ਨਿੰਦਾ ਕਰਦੇ ਨੇ ਕਿ ਇਹ ਜਿਹੜੇ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਦੇ ਨੇ ਉਹ ਉੱਖੜ ਜਾਣ। ਬੜਾ ਔਖਾ ਕੰਮ ਹੈ ਪੰਜਾਬ ਨੂੰ ਬਚਾਉਣਾ। ਅੱਜ ਮੇਰਾ ਇਹ ਮੰਨਣਾ, ਮੈਂ ਸਾਰਾ ਪੜ੍ਹਿਆ ਸਟੱਡੀ ਕੀਤਾ ਹੈ, 1 ਲੱਖ ਕਰੋੜ ਰੁਪਏ ਤੋਂ ਵੱਧ ਹਰ ਸਾਲ ਜਿਹੜਾ ਕੁਦਰਤ ਨੇ ਸਾਨੂੰ ਸੋਨੇ ਬਖਸ਼ੇ ਨੇ ਉਹ ਲੁੱਟ ਕੇ ਰਾਜਨੇਤਾਵਾਂ ਦੇ ਘਰਾਂ 'ਚ ਜਾਂਦਾ ਹੈ। ਰੇਤੇ ਤੇ ਕੀ ਲੱਗਦਾ? ਕੁਦਰਤ ਨੇ ਬਖਸ਼ਿਆ, ਬਜਰੀ ਕੁਦਰਤ ਨੇ ਬਖਸ਼ੀ ਹੈ। ਰੇਤਾ ਤੇ ਬਜਰੀ ਦਾ ਬਿਜ਼ਨਸ 25,000 ਕਰੋੜ ਦਾ ਹੈ, ਸਾਡੇ ਖਜ਼ਾਨੇ 400 ਕਰੋੜ ਹੁੰਦਾ ਹੈ। ਕੌਣ ਕਰਦਾ ਹੈ ਬਿਜ਼ਨਸ? ਰਾਜਨੇਤਾ। ਸ਼ਰਾਬ ਦਾ ਬਿਜ਼ਨਸ ਪੰਜਾਬ ਦਾ ਜੇ ਸਹੀ ਅਰਥਾਂ ਚੱਲੇ 60,000 ਕਰੋੜ ਤੋਂ ਵੱਧ ਦਾ ਹੈ। ਸਾਡੇ ਕੋਲ ਕਿੰਨਾ ਦਾ ਖਜ਼ਾਨੇ 'ਚ 1700 ਕਰੋੜ। ਟਰਾਂਸਪੋਰਟ ਦੇ ਬਿਜ਼ਨਸ ਵਿੱਚ ਘੱਟੋ ਘੱਟ 10 ਤੋਂ 15,000 ਕਰੋੜ ਰੁਪਇਆ ਹੋਰ ਆਉਣਾ ਚਾਹੀਦਾ ਹੈ। ਇਹ ਵੀ ਰਾਜਨੇਤਾਵਾਂ ਦੇ ਕੋਲ। ਆ ਜਿਹੜਾ ਕੇਬਲ ਮਾਫੀਆ ਹੈ ਇਹ ਵੀ ਰਾਜਨੇਤਾਵਾਂ ਦੇ ਕੋਲ। ਜਿੰਨੇ ਕੁਦਰਤ ਨੇ ਸੋਨੇ ਪੰਜਾਬ ਨੂੰ ਬਖਸ਼ੇ ਉਹ ਸਾਰਿਆਂ ਤੇ ਕਬਜ਼ਾ ਰਾਜਨੇਤਾਵਾਂ ਦਾ। ਰਾਜ ਭਾਗ ਖਾਤਰ ਨਹੀਂ, ਆਪਣੇ ਘਰ ਪਾਲਣ ਲਈ। ਹੁਣ ਤੁਸੀਂ ਸਮਝਣਾ ਹੈ, ਤੁਸੀਂ ਜਿਹੜੇ ਬੈਠੇ ਹੋ, ਇਹ ਮੇਰੀ ਲੜਾਈ ਨਹੀਂ, ਇਹਨਾਂ ਬੱਚਿਆਂ ਦੀ ਲੜਾਈ ਨਹੀਂ, ਹਰ ਘਰ ਦੀ ਲੜਾਈ ਹੈ। ਜੇ ਤਾਂ
ਉਹੀ ਜੋ ਪਹਿਲਾਂ ਹੁੰਦਾ ਰਿਹਾ ਉਹੀ ਕਰਨਾ ਹੈ, ਤਾਂ ਤਿਆਰ ਹੋ ਜਾਓ, 2 ਸਾਲ ਦੇ ਬਾਅਦ ਲੰਘਣੇ ਨਹੀਂ। ਜਾਂ ਕੰਨਾਂ 'ਚ ਤੇਲ ਪਾ ਲਓ, ਜੋ ਮਰਜ਼ੀ ਆਖੀ ਜਾਣ, ਉਹਦੇ ਤੇ ਕੋਈ ਅਸਰ ਨਾ ਕਰੋ। ਆਪਣੀ ਕਿਸਮਤ ਬਦਲਣ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਮੁਹਿੰਮ ਚਲਾਈਏ। ਇੱਥੇ ਇਕੱਠੇ ਹੋਏ ਹੋ ਤੁਸੀਂ, ਕਾਫੀ ਗਿਣਤੀ 'ਚ ਹੋਏ ਹੋ। ਹਰ ਚੌਥੇ ਪੰਜਵੇਂ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਵੱਡਾ ਇਕੱਠ ਹੋਣਾ ਚਾਹੀਦਾ, ਜਿੱਥੇ ਲੋਕਾਂ ਨੂੰ ਪਿਆਰ ਕਰਨਾ ਚਾਹੀਦਾ। ਹਰ ਚੌਥੇ ਪੰਜਵੇਂ ਦਿਨ ਹੋਣਾ ਚਾਹੀਦਾ। ਜਿਹੜੇ ਤੁਸੀਂ ਬੈਠੇ ਹੋ, ਨੌਜਵਾਨ ਬੱਚੇ ਬੈਠੇ ਨੇ, ਟੋਲੀਆਂ ਬਣਾਓ, ਪਿੰਡਾਂ ਵਿੱਚ ਨਿਕਲੋ, ਲੋਕਾਂ ਨੂੰ ਇਹ ਸੁਨੇਹਾ ਦਿਓ ਕਿ ਸਾਡਾ ਪੰਜਾਬ ਹੈ, ਅਸੀਂ ਆਪਣਾ ਪੰਜਾਬ ਬਚਾਉਣਾ, ਅਸੀਂ ਆਪਣੇ ਪੰਜਾਬ ਦਾ ਭਵਿੱਖ ਬਚਾਉਣਾ, ਅਸੀਂ ਆਪਣੇ ਬੱਚੇ ਬੱਚੀਆਂ ਦਾ ਭਵਿੱਖ ਬਚਾਉਣਾ ਹੈ। ਉਹਦੇ ਲਈ ਮੈਂ ਯੋਗਦਾਨ ਪਾਉਣਾ। ਟੋਲੀਆਂ ਬਣਾ ਕੇ ਪਿੰਡ ਪਿੰਡ ਨਿਕਲ ਜਾਓ, ਤਾਂ ਪੈਸੇ ਨਾਲ ਵੋਟ ਨਹੀਂ ਫੇਰੋਣੀ। ਜਾਗਰੂਕਤਾ ਬਹੁਤ ਵੱਡਾ ਹਥਿਆਰ ਹੈ। ਜੇ ਇੱਕ ਸੁੱਤੇ ਮਨੁੱਖ ਨੂੰ ਜਗਾ ਕੇ ਉਹਨੂੰ ਉਹਦਾ ਆਪਣਾ ਅਸਲੀ ਰੂਪ ਦਿਖਾ ਦਿੱਤਾ ਜਾਏ, ਫਿਰ ਧੋਖਾ ਨਹੀਂ ਖਾਏਗਾ। ਅੱਜ ਆਪਣਾ ਅਸਲੀ ਰੂਪ ਦੇਖਣ ਦੀ ਲੋੜ ਹੈ। ਇਹ ਸਮਝਣ ਦੀ ਲੋੜ ਹੈ ਵੀ ਪੰਜਾਬੀ ਨਸ਼ਿਆਂ ਵਾਸਤੇ ਨਹੀਂ ਬਣਿਆ, ਪੰਜਾਬੀ ਲੁੱਟ ਖਸੁੱਟ ਵਾਸਤੇ ਨਹੀਂ ਬਣਿਆ। ਮੈਂ ਪੰਜਾਬੀ ਦੀ ਗੱਲ ਕਰਦਾ, ਹਿੰਦੂ ਦੀ, ਸਿੱਖ ਦੀ, ਮੁਸਲਮਾਨ ਦੀ ਗੱਲ ਨਹੀਂ ਕਰਦਾ। ਆਰਟੀ ਐਸੋਸੀਏਸ਼ਨ ਵਾਲੇ ਬੈਠੇ ਨੇ, ਹੋਰ ਵਪਾਰੀ ਬੈਠੇ ਨੇ, ਦੁਕਾਨਦਾਰ ਨੇ, ਸਮਾਜ ਦੇ ਵਿੱਚ ਸਭ ਨੂੰ ਮੈਦਾਨ 'ਚ ਨਿਤਰਨਾ ਪਏਗਾ। ਛੋਟੀਆਂ ਛੋਟੀਆਂ ਗੱਲਾਂ ਛੱਡਣੀਆਂ ਪੈਣਗੀਆਂ। ਸਾਰੇ ਇਕੱਠੇ ਹੋ ਕੇ ਤਾਂ ਪੈ ਗਏ ਤਾਂ ਪੰਜਾਬ ਬਚ ਜਾਏਗਾ। ਨਹੀਂ ਤਾਂ 2022 ਦੀਆਂ ਚੋਣਾਂ ਦੇ ਬਾਅਦ ਐਸੇ ਜਪਾੜੇ 'ਚ ਫਸ ਜਾਓਗੇ ਜਿਹੜਾ ਤੁਹਾਨੂੰ ਨੱਪ ਕੇ ਖਾ ਜਾਏਗਾ। ਮੇਰਾ ਕੋਈ ਸ਼ੌਕ ਨਹੀਂ, ਮੈਂ 2 ਰੋਟੀਆਂ ਦਾ ਆਵਾਜ਼ਾਰ ਹਾਂ, ਕੋਈ ਨਸ਼ਾ ਨਹੀਂ, ਪਤਾ ਨਹੀਂ, ਦਵਾਈ ਜ਼ਰੂਰ ਖਾਣਾ। ਵਾਹਿਗੁਰੂ ਦੀ ਕਿਰਪਾ ਤੇ ਰੋਟੀਆਂ ਦਾ ਉਹਨੇ ਪ੍ਰਬੰਧ ਕੀਤਾ ਹੋਇਆ। ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾ ਸਕਦਾ, ਮੈਨੂੰ ਨਿੱਕਾ ਨਿੱਕਾ ਕਰਕੇ ਕੋਈ ਵੱਢ ਵੀ ਦੇ, ਮੈਂ ਕਰਪਟ ਨਹੀਂ ਹੋਵਾਂਗਾ। ਮੇਰੇ ਅੰਦਰ ਮੇਰਾ ਪੰਜਾਬ ਭਰਿਆ ਹੈ, ਮੇਰੇ ਅੰਦਰ ਤੁਹਾਡੀ ਰੂਹ ਹੈ, ਔਰ ਮੈਂ ਚਾਹੁੰਦਾ ਹਰ ਕੋਈ ਬਲਬੀਰ ਸਿੰਘ ਰਾਜੇਵਾਲ ਬਣ ਜਾਏ। ਮੈਂ ਚਾਹੁੰਦਾ ਪੰਜਾਬ ਦਾ ਹਰ ਬੱਚਾ ਅੱਜ ਬਾਹਰ ਨਿਕਲੇ, ਛੱਡੇ ਪਾਰਟੀਆਂ ਪੁੱਟੀਆਂ ਦਾ ਗੇੜਾ, ਪਾਰਟੀਆਂ ਦੇ ਲੀਡਰਾਂ ਦਾ ਪਿੱਛਾ ਕਰਨਾ, ਉਹਨਾਂ ਦੇ ਝੋਲੀ ਚੁੱਕਣਾ ਛੱਡੇ, ਮੈਦਾਨ 'ਚ ਨਿਤਰੇ, ਇਹ ਕਹਿ ਕੇ ਪੰਜਾਬ ਬਚਾਉਣਾ। ਸਿਰਫ ਇੱਕੋ ਨਾਰਾ, ਪੰਜਾਬ ਬਚਾਉਣਾ। ਜੇ ਤਾਂ ਅੱਜ ਦੇ ਇਸ ਇਕੱਠ ਵਿੱਚੋਂ ਇਹ ਸੁਨੇਹਾ ਸਾਰੇ ਪੰਜਾਬ ਦੇ ਲੋਕਾਂ ਨੇ ਲੈ ਲਿਆ ਤਾਂ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਤੁਸੀਂ ਪੰਜਾਬ ਬਚਾ ਲਓਗੇ। ਬੜਾ ਔਖਾ ਕੰਮ ਹੈ, ਪਰ ਔਖਾ ਵੀ ਤਾਂ ਆਪਾਂ ਹੀ ਕਰਨਾ। ਅੱਗੇ ਵੀ ਤਾਂ ਆਪਾਂ ਔਖਾ ਹੀ ਕਰਦੇ ਹਾਂ। ਉੱਥੇ ਸਰਦੀਆਂ 'ਚ ਉਂਝੇ ਸੁੱਤੇ, ਗਰਮੀਆਂ 'ਚ ਸੁੱਤੇ, ਬਰਸਾਤ 'ਚ ਸੁੱਤੇ, ਸੜਕਾਂ 'ਤੇ ਸੁੱਤੇ। ਉੱਥੇ ਕਿਆ ਲੈਣਾ ਪੈਣਾ ਕਰ ਦਿੱਤੇ ਸੀ, ਬੋਰ ਕਰ ਰਹੇ ਸੀ, ਸਬਜ਼ੀ ਬੀਜਣ ਲੱਗ ਗਏ ਸੀ, ਤੇ ਜਿਹੜੇ ਉੱਥੇ ਵਸਦੇ ਸੀ ਉਹਨਾਂ ਨੂੰ ਲੰਗਰ ਛਕਾਉਂਦੇ ਸੀ। ਅੱਜ ਉੱਥੇ ਵਾਲੇ ਹੁੰਦੇ ਨੇ, ਤੁਹਾਨੂੰ ਯਾਦ ਕਰਦੇ। ਮੈਂ ਭਲਾ ਤੁਹਾਨੂੰ ਇਹ ਆਸ ਕਰ ਸਕਦਾ, ਜਿਨ੍ਹਾਂ ਨੂੰ ਮੈਂ ਕਿਹਾ ਕਰਾਉਣਾ ਨਹੀਂ ਚਾਹੀਦੇ, ਹੱਥ ਖੜੇ ਨਹੀਂ ਕਰਾਉਣੇ ਚਾਹੀਦੇ, ਪਰ ਮੈਂ ਕਰਵਾਉਣੇ ਚਾਹੁੰਦਾ। ਕੀ ਚਾਹੁੰਦੇ ਹੋ ਪੰਜਾਬ ਨੂੰ ਬਚਾਉਣਾ? ਹੱਥ ਖੜੇ ਕਰੋ ਭਲਾ। ਮੈਨੂੰ ਯਕੀਨ ਹੋਇਆ, ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਿਤਾਇਆ, ਇੱਥੇ ਦੇ ਲੋਕ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਗੇ। ਆਪਣੇ ਪੰਜਾਬ ਨੂੰ, ਸੋਹਣੇ ਪੰਜਾਬ ਨੂੰ ਬਚਾ ਕੇ ਫਿਰ ਉਹ ਗਾਣਾ ਸੁਣਾਂਗੇ, ਇਹ ਪੰਜਾਬ ਕਰਾਂ ਕੀ ਸਿਫਤ ਤੇਰੀ। ਇਹ ਸਿਫਤਾਂ ਵਾਲਾ ਪੰਜਾਬ ਬਣਾਵਾਂਗੇ।
ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਅੱਜ ਠੰਡ ਵਿੱਚ ਇੱਥੇ ਸਾਰੇ ਆਏ, ਮੇਰੀਆਂ ਕਮਲੀਆਂ ਰਮਣੀਆਂ ਵੀ ਸੁਣੀਆਂ, ਮੇਰੇ ਸਾਥੀਆਂ ਦੀਆਂ ਬਹੁਤ ਗੱਲਾਂ ਸੁਣੀਆਂ। ਅਸਲ ਵਿੱਚ ਇਹ ਸਨਮਾਨ ਜਿਹੜਾ ਅੱਜ ਹੋ ਰਿਹਾ ਸਾਡਾ ਬਿਲਕੁਲ ਨਹੀਂ ਹੋ ਰਿਹਾ, ਤੁਹਾਡਾ ਹੋ ਰਿਹਾ। ਅਸੀਂ ਤੁਹਾਡੇ ਨੁਮਾਇੰਦੇ ਹਾਂ, ਸਾਡੇ ਵਿੱਚ ਹੀ ਤੁਹਾਡਾ ਹੋ ਰਿਹਾ। ਵੀਰ ਤੁਸੀਂ ਹਰ ਕਸ਼ਟ ਝੱਲ ਕੇ ਅਸੀਂ ਸੱਦਾ ਦਿੱਤਾ, ਇੱਥੇ ਇੰਨੀ ਬੜੀ ਗਿਣਤੀ 'ਚ ਫੇਰ ਆ ਗਏ ਤੇ ਹੁਣ ਇੱਥੋਂ ਜਾ ਕੇ ਆਪੋ ਆਪਣੇ ਇਲਾਕੇ 'ਚ ਐਸੇ ਤਰ੍ਹਾਂ ਦੇ ਵੱਡੇ ਵੱਡੇ ਇਕੱਠ ਕਰਕੇ ਸਾਰੇ ਲੋਕਾਂ ਨੂੰ ਆਉਣ ਵਾਲੇ 10 ਦਿਨਾਂ ਦੇ ਵਿੱਚ ਹਰਾ ਦਿਓ। ਸਭ ਕੁਝ ਵੀ ਤੁਹਾਡੇ ਅੱਗੇ, ਤੁਹਾਡੇ ਹੱਥ 'ਚ ਹੋਏਗਾ। ਜਥੇਦਾਰ ਸਾਬਕਾ ਜਥੇਦਾਰ ਅਕਾਲ ਤਖਤ ਜਥੇਦਾਰ ਰੁੱਡੇ ਜੀ ਸਾਡੇ ਵਿੱਚ ਆਏ ਨੇ ਕਿ ਮੈਂ ਚਾਹੁੰਦਾ ਸਨਮਾਨੀ ਮੇਰੇ ਤੋਂ ਬਾਅਦ ਹੁਣ ਸਨਮਾਨੀ ਮਿਲਣਾ ਉਹਨਾਂ ਨੂੰ, ਵੱਡੀ ਸ਼ਖਸੀਅਤ ਨੇ, ਸੁਣਨਾ ਉਹਨਾਂ ਨੂੰ ਵੀ ਚਾਹੀਦਾ ਸੀ, ਪਰ ਮੈਂ ਉਮੀਦ ਕਰਦਾ ਮਾਫ ਕਰਨਗੇ। ਮੈਂ ਧੰਨਵਾਦੀ ਹਾਂ ਫੇਰ ਇੱਕ ਵਾਰੀ ਪ੍ਰਬੰਧਕਾਂ ਦਾ, ਆੜ੍ਹਤੀ ਐਸੋਸੀਏਸ਼ਨਾਂ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਮਿਲ ਬੈਠ ਕੇ ਆਪਣੇ ਟੁਕੜੇ ਸਾਂਝੇ ਕਰਨ ਲਈ ਸਮਾਂ ਬਖਸ਼ਿਆ। ਪਰ ਮੈਂ ਇੱਕ ਬੇਨਤੀ ਹੋਰ ਜ਼ਰੂਰ ਕਰਾਂਗਾ, ਜਿਵੇਂ ਉੱਠ ਕੇ ਧੁੱਪੇ ਚਲੇ ਗਏ ਸੀ ਨਾ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਜਿੰਨੀ ਦੇਰ ਸਾਰੇ ਤੁਹਾਡੇ ਨੁਮਾਇੰਦਿਆਂ ਦਾ ਸਨਮਾਨ ਨਹੀਂ ਹੋ ਜਾਂਦਾ, ਆਪੋ ਆਪਣੀ ਜਗ੍ਹਾ ਬੈਠੇ ਰਹਿਣਾ, ਉੱਠ ਕੇ ਜਾਣਾ ਨਹੀਂ। ਮੈਂ ਉਮੀਦ ਕਰੂੰਗਾ, ਮੇਰਾ ਇੱਕ ਟੈਸਟ ਹੋਏਗਾ ਵੀ ਤੁਸੀਂ ਮੇਰੀ ਗੱਲ ਮੰਨੀ ਕਿ ਨਾ ਮੰਨੀ। ਜੇ ਇਸੇ ਤਰ੍ਹਾਂ ਬੈਠੇ ਰਹੇ ਤਾਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।